ਸਤਿ ਸ਼੍ਰੀ ਅਕਾਲ। ਪੀਐਨਸੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਮੌਜੂਦਾ ਹਾਲਾਤ ਦੇ ਬਾਰੇ ਅੱਜ ਜੋ ਦਿੱਤੀ ਜਾਣਕਾਰੀ ਉਸ ਦੇ ਬਾਰੇ ਦੱਸਾਂਗੇ ਤੇ ਨਾਲ ਹੀ ਮੈਨੀਟੋਬਾ ਸੂਬੇ ਦੇ ਲਈ ਮਦਦ ਬਾਰੇ ਵੀ ਜੋ ਉਹਨਾਂ ਨੇ ਕੀਤਾ ਐਲਾਨ ਉਸ ਦੇ ਬਾਰੇ ਵੀ ਦਵਾਂਗੇ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਵਿੱਚ ਵੈਨਕੂਵਰ ਕ੍ਰੈਗਲਿਸਟ ਤੇ ਪਾਇਆ ਗਿਆ ਇੱਕ ਵਿਗਿਆਪਨ ਕਿਹਾ ਜੋ ਵੀ ਸਿਹਤ ਕਾਮਾ ਕੋਵਿਡ-19 ਟੀਕਾ ਲੱਗੇ ਹੋਣ ਦਾ ਜਾਲੀ ਸਬੂਤ ਬਣਾ ਕੇ ਦੇਵੇਗਾ ਉਸ ਨੂੰ ਦਿੱਤੀ ਜਾਵੇਗੀ ਕੀਮਤ ਤੇ ਨਾਲ ਹੀ ਹੋਰ ਕੀ ਕੁਝ ਕਿਹਾ ਗਿਆ ਉਹ ਵੀ ਦੱਸਾਂਗੇ। ਕੋਕੈਟਲਮ ਦੇ ਵਿੱਚ ਜੋ ਚੱਲੀਆਂ ਸੀ ਗੋਲੀਆਂ, ਪੁਲਿਸ ਨੇ ਇੱਕ ਵਾਹਨ ਕੀਤਾ ਜ਼ਬਤ ਤੇ ਦਿੱਤੀ ਮਾਮਲੇ ਦੇ ਬਾਰੇ ਅਪਡੇਟ। ਵੈਨਕੂਵਰ ਵਿੱਚ ਸਾਲ 2021 ਦੇ ਅੰਦਰ ਹੋਇਆ 7ਵਾਂ ਕਤਲ। ਇਸ ਮੌਕੇ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਉਸ ਦੇ ਵਿੱਚ ਰਾਜੇਸ਼ ਨਾਰਾਇਣ ਦੇ ਉੱਤੇ ਗੰਭੀਰ ਮਾਮਲੇ ਦਰਜ। ਸਾਨਿਸ਼ ਤੋਂ ਅਧਿਕਾਰੀਆਂ ਨੇ ਇੱਕ ਔਰਤ ਨੂੰ ਪਛਾਣਨ ਦੇ ਲਈ ਮੰਗਿਆ ਸਹਿਯੋਗ। ਸਕੂਲੀ ਬੱਚਿਆਂ ਨੂੰ ਦੱਸ ਰਹੀ ਸੀ ਕਿ ਕੋਵਿਡ-19 ਅਸਲੀ ਨਹੀਂ ਹੈ। ਵੈਨਕੂਵਰ ਵਿੱਚ ਪਾਰਟੀ ਕਰ ਰਹਿਆਂ ਨੂੰ $11,000 ਤੋਂ ਵੱਧ ਦੇ ਫਾਈਨ, ਪੁਲਿਸ ਨੇ ਦਿੱਤੀ ਜਾਣਕਾਰੀ। ਇਸ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਵੱਖਰੇ ਵਿਸ਼ਿਆਂ ਦੇ ਉੱਤੇ ਉਹਨਾਂ ਨੇ ਜਾਣਕਾਰੀ ਦਿੱਤੀ। ਮੁੱਖ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਇਸ ਸਮੇਂ ਕੋਵਿਡ-19 ਦੇ ਮਾਮਲਿਆਂ ਦੀ ਘੱਟ ਹੋ ਰਹੀ ਗਿਣਤੀ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਮੌਕੇ ਜੋ ਵੱਡੀ ਗਿਣਤੀ ਦੇ ਵਿੱਚ ਟੀਕੇ ਵੀ ਲੱਗ ਰਹੇ ਨੇ ਉਸ ਦੇ ਵਿੱਚ ਕੈਨੇਡਾ G20 ਦੇਸ਼ਾਂ ਦੇ ਵਿੱਚ ਤੀਜੇ ਸਥਾਨ ਤੇ ਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਜ਼ਿਆਦਾ ਗਿਣਤੀ ਦੇ ਵਿੱਚ ਟੀਕੇ ਵੀ ਲੱਗ ਰਹੇ ਨੇ ਤੇ ਇਸ ਲੌਂਗ ਵੀਕਐਂਡ ਦੇ ਉੱਤੇ ਵੀ ਦੁਬਾਰਾ ਤੋਂ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਨੂੰ ਘੱਟ ਕਰਨ ਦੇ ਵਿੱਚ ਕਾਮਯਾਬੀ ਵੀ ਮਿਲੀ ਹੈ ਕਿ ਇਹ ਮਾਮਲੇ ਹੁਣ ਜ਼ਿਆਦਾ ਗਿਣਤੀ ਦੇ ਵਿੱਚ ਸਾਹਮਣੇ ਨਹੀਂ ਆਏ। ਤਾਂ ਉਧਰ ਮੈਨੀਟੋਬਾ ਦੇ ਵਾਸਤੇ ਫੈਡਰਲ ਸਰਕਾਰ ਦੇ ਵੱਲੋਂ ਮਦਦ ਦਿੱਤੇ ਜਾਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਨੇ ਉਮੀਦ ਜਤਾਈ ਕਿ ਜਲਦ ਹੀ ਜੋ ਹਦਾਇਤਾਂ ਨੇ ਉਹ ਵੀ ਹਟਾਈਆਂ ਜਾਣਗੀਆਂ ਤੇ ਇਸ ਮੌਕੇ ਉਹਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਇਸ ਉੱਤੇ ਕੀਤਾ ਕਿ ਜੋ ਇਸ ਸਮੇਂ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਹੈ ਜੋ ਘੱਟ ਹੋਣੀ ਸ਼ੁਰੂ ਹੋ ਗਈ ਹੈ, ਮੁੜ ਤੋਂ ਮੋੜ ਪੈਣਾ ਸ਼ੁਰੂ ਹੋ ਗਿਆ ਹੈ। More than half of Canadians have now received at least one dose of a COVID-19 vaccine. And that number is going to keep going up fast because millions more doses are coming. We now rank number 3 in the G20 on doses administered per capita. It's clear that working together as one big team Canada is paying off. ਇਸ ਤਰ੍ਹਾਂ ਲਈ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਜਿਵੇਂ ਕਿ ਹੁਣ ਵੈਕਸੀਨ ਪਾਸਪੋਰਟ ਦੀ ਗੱਲ ਹੋ ਰਹੀ ਹੈ ਕਿ ਸਬੂਤ ਦਿਖਾਉਣਾ ਪਵੇਗਾ। ਇਸ ਦੇ ਵਾਸਤੇ ਹਜੇ ਕੋਈ ਲਾਗੂ ਤਾਂ ਨਹੀਂ ਕੀਤੀ ਗਈ ਹਦਾਇਤ, ਪਰ ਭਵਿੱਖ ਦੇ ਵਿੱਚ ਅਜਿਹਾ ਹੋ ਸਕਦਾ ਕਿ ਸਬੂਤ ਦਿਖਾਉਣਾ ਪਵੇਗਾ ਟਰੈਵਲ ਕਰਨ ਦੇ ਵਾਸਤੇ ਜਾਂ ਫਿਰ ਵੱਡੇ ਇਕੱਠਾਂ ਦੇ ਵਿੱਚ ਜਾਣ ਵਾਸਤੇ ਕਿ ਤੁਸੀਂ ਕੋਵਿਡ-19 ਦਾ ਟੀਕਾ ਲਗਵਾ ਲਿਆ ਜਾਂ ਨਹੀਂ। ਤਾਂ ਇਸੇ ਦੇ ਉੱਤੇ ਦਰਅਸਲ ਵੈਨਕੂਵਰ ਕ੍ਰੈਗਲਿਸਟ ਦੇ ਉੱਤੇ ਇੱਕ ਵਿਗਿਆਪਨ ਕਿਸੇ ਦੇ ਵੱਲੋਂ ਪਾਇਆ ਗਿਆ। ਉਸ ਵਿਗਿਆਪਨ ਦੇ ਵਿੱਚ ਇਹ ਲਿਖਿਆ ਹੋਇਆ ਕਿ ਜੇਕਰ ਕੋਈ ਵੀ ਸਿਹਤ ਕਾਮਾ ਜਾਂ ਫਿਰ ਉਹ ਕਿਸੇ ਫਾਰਮੇਸੀ ਤੋਂ ਹੋਵੇ ਜਾਂ ਕਿਸੇ ਹੋਰ ਥਾਂ ਤੋਂ ਤਾਂ ਕਿ ਉਹ ਇਸ ਵਾਸਤੇ ਯੋਗਤਾ ਰੱਖਦਾ ਹੋਵੇ ਕੋਵਿਡ-19 ਦਾ ਟੀਕਾ ਲਗਾਉਣ ਤੇ ਉਸ ਸੰਬੰਧੀ ਰਿਪੋਰਟ ਤਿਆਰ ਕਰਨ ਦੇ ਵਿੱਚ, ਤਾਂ ਉਸ ਦੇ ਵਿੱਚ ਕਿਹਾ ਗਿਆ ਕਿ $500 ਉਸ ਨੂੰ ਦਿੱਤੇ ਜਾਣਗੇ ਜੇਕਰ ਉਹ ਜਾਲੀ ਸਰਟੀਫਿਕੇਟ ਬਣਾ ਕੇ ਦੇ ਦੇਵੇ ਕਿ ਉਸੇ ਟੀਕਾ ਕੋਵਿਡ-19 ਦਾ ਲੱਗ ਚੁੱਕਿਆ ਹੈ। ਇਸ ਮੌਕੇ ਇਹ ਵਿਗਿਆਪਨ ਪਾਇਆ ਗਿਆ ਤਾਂ ਨਾਲ ਹੀ ਇਹ ਵੀ ਕਿਹਾ ਗਿਆ ਕਿ ਉਸ ਦੇ ਵਾਸਤੇ ਕੁਕੀਜ਼ ਵੀ ਬਣਾ ਕੇ ਦਿੱਤੀਆਂ ਜਾਣਗੀਆਂ ਜੋ ਅਜਿਹਾ ਕਰਕੇ ਦੇਵੇਗਾ। ਸਿਹਤ ਕਾਮਿਆਂ ਦੇ ਵਾਸਤੇ ਵੈਨਕੂਵਰ ਕ੍ਰੈਗਲਿਸਟ ਦੇ ਉੱਤੇ ਜੋ ਸਿਹਤ ਕਾਮਿਆਂ ਨਾਲ ਸੰਬੰਧਿਤ ਹੀ ਉਸ ਦੇ ਵਿੱਚ ਅੱਗੇ ਇੱਕ ਕਾਲਮ ਹੈ ਉਸ ਦੇ ਵਿੱਚ ਇਹ ਵਿਗਿਆਪਨ ਪਾਇਆ ਗਿਆ ਹੈ ਤੇ ਇਹ ਮੰਗ ਕੀਤੀ ਗਈ ਹੈ ਕਿ ਜਾਲੀ ਵੈਕਸੀਨ ਪਾਸਪੋਰਟ ਹੈ ਜੋ ਉਹ ਬਣਾਉਣ ਦੇ ਵਿੱਚ ਮਦਦ ਕੀਤੀ ਜਾਵੇ। ਇੱਥੇ ਜ਼ਿਕਰਯੋਗ ਹੈ ਕਿ ਵੈਕਸੀਨ ਪਾਸਪੋਰਟ ਨੂੰ ਲੈ ਕੇ ਇਸ ਮੌਕੇ ਵਿਚਾਰ ਚੱਲ ਰਿਹਾ ਹੈ, ਗੱਲਬਾਤ ਚੱਲ ਰਹੀ ਹੈ, ਪਰ ਕੈਨੇਡਾ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਸ ਸੰਬੰਧੀ ਹੁਣ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਵੈਕਸੀਨ ਪਾਸਪੋਰਟ ਕਦੋਂ ਤੋਂ ਲਾਜ਼ਮੀ ਕੀਤਾ ਜਾਵੇਗਾ। ਪਰ ਇਸ ਮੌਕੇ ਟੀਚਾ ਜ਼ਰੂਰ ਮਿੱਥਿਆ ਜਾ ਰਿਹਾ ਹੈ ਕਿ ਜਿੰਨੇ ਵੀ ਕੈਨੇਡਾ ਵਾਸੀ ਕੋਵਿਡ-19 ਦਾ ਟੀਕਾ ਲਗਵਾਉਣਾ ਚਾਹੁੰਦੇ ਨੇ ਸਤੰਬਰ ਮਹੀਨੇ ਤੱਕ ਉਹਨਾਂ ਦੇ ਟੀਕੇ ਲੱਗ ਜਾਣ, ਜਿਸ ਤੋਂ ਬਾਅਦ ਕੈਨੇਡਾ ਭਰ ਵਿੱਚ ਹਦਾਇਤਾਂ ਮੁੜ ਤੋਂ ਖੋਲ੍ਹਣ ਦੇ ਵਾਸਤੇ ਐਲਾਨ ਵੀ ਕੀਤੇ ਜਾ ਰਹੇ ਨੇ ਤੇ ਨਾਲ ਹੀ ਟਰੈਵਲ ਨੂੰ ਲੈ ਕੇ ਵੀ ਹਦਾਇਤਾਂ ਮੁੜ ਤੋਂ ਹਟਾਉਣ ਦੇ ਵਾਸਤੇ ਐਲਾਨ ਕੀਤਾ ਜਾ ਸਕਦਾ ਹੈ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਕੋਕੈਟਲਮ ਦੇ ਵਿੱਚ ਸ਼ਨੀਵਾਰ ਨੂੰ ਗੋਲੀਆਂ ਚੱਲੀਆਂ ਸੀ ਜਿਸ ਮਾਮਲੇ ਦੇ ਵਿੱਚ 42 ਸਾਲਾ ਵਿਅਕਤੀ ਦੀ ਮੌਤ ਹੋਈ। ਉਸ ਵਿਅਕਤੀ ਦੀ ਪਛਾਣ ਪੁਲਿਸ ਨੇ ਜਨਤਕ ਕੀਤੀ ਹੈ ਤੇ ਨਾਲ ਹੀ ਇਸ ਮਾਮਲੇ ਦੇ ਉੱਤੇ ਅਪਡੇਟ ਦਿੱਤੀ ਹੈ। ਕੋਕੈਟਲਮ ਵਿੱਚ ਜੋ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਉਸ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਪਡੇਟ ਜਾਰੀ ਕੀਤੀ ਗਈ ਹੈ ਜਿਸ ਦੇ ਬਾਰੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗੋਲੀ ਲੱਗਣ ਦੇ ਕਰਕੇ 42 ਸਾਲਾ ਮੀਰ ਅਲੀ ਹੁਸੈਨ ਦੀ ਮੌਤ ਹੋਈ ਜਿਸ ਨੂੰ ਕਿ ਪੁਲਿਸ ਪਹਿਲਾਂ ਵੀ ਜਾਣਦੀ ਸੀ, ਯਾਨੀ ਕਿ ਉਸ ਦਾ ਕ੍ਰਿਮੀਨਲ ਰੈਕੋਰਡ ਸੀ। ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਈ 22 ਦੇ ਦਿਨ ਸ਼ਾਮ ਨੂੰ 5:30 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਕੋਕੈਟਲਮ ਦੇ ਵਿੱਚ ਹੈਂਡਰਸਨ ਐਵੇਨਿਊ ਤੇ ਹਾਰਟ ਸਟਰੀਟ ਦੇ ਕੋਲ ਉਹਨਾਂ ਨੂੰ ਉਹ ਵਿਅਕਤੀ ਮਿਲਿਆ ਜਿਸ ਤੇ ਗੋਲੀਆਂ ਲੱਗੀਆਂ ਹੋਈਆਂ ਸਨ।
ਜੋ ਕਿ ਉਹ ਆਪਣੇ ਵਾਹਨ ਦੇ ਪਿੱਛੇ ਹੀ ਮੌਜੂਦ ਸੀ। ਸਫੇਦ ਰੰਗ ਦੀ 2020 ਟੋਇਟਾ ਹਾਈਲੈਂਡਰ ਉਸਦੇ ਕੋਲ ਸੀ, ਜਿਸ ਦੇ ਪਿੱਛੇ ਉਹ ਵਿਅਕਤੀ ਉੱਥੇ ਮੌਜੂਦ ਸੀ ਤੇ ਉਸਦੇ ਗੋਲੀਆਂ ਲੱਗੀਆਂ ਹੋਈਆਂ ਸਨ, ਜਿਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੋਰੀ ਕੀਤੀ ਗਈ 2002 ਮਾਡਲ ਦੀ ਲਾਲ ਰੰਗ ਦੀ ਇੱਕ ਗੱਡੀ ਸੀ, ਜਿਸ ਦੀ ਤਸਵੀਰ ਵੀ ਪੁਲਿਸ ਨੇ ਸਾਂਝੀ ਕੀਤੀ ਹੈ। ਉਸ ਗੱਡੀ ਦੇ ਵਿੱਚ 2 ਵਿਅਕਤੀ ਆਏ ਸਨ, ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਗਈ ਤੇ ਕਤਲ ਕੀਤਾ ਗਿਆ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਵੀ ਦੱਸਿਆ ਕਿ ਉਸ ਥਾਂ ਦੇ ਉੱਤੇ ਇਹ ਵਿਅਕਤੀ ਇਸ ਗੱਡੀ ਦੇ ਨਾਲ ਕਰੀਬ 20 ਮਿੰਟ ਪਹਿਲਾਂ ਕਈ ਗੇੜੇ ਲਾ ਚੁੱਕੇ ਸਨ, ਜਿੱਥੇ ਗੋਲੀਆਂ ਚੱਲੀਆਂ ਨੇ। ਪੁਲਿਸ ਅਧਿਕਾਰੀਆਂ ਨੂੰ 23 ਮਈ ਨੂੰ ਐਤਵਾਰ ਦੇ ਦਿਨ ਲੈਂਗਲੀ RCMP ਨੇ ਇਸ ਮੌਕੇ ਜਾਣਕਾਰੀ ਦਿੱਤੀ ਹੈ ਕਿ 260 ਸਟਰੀਟ ਤੇ 30A ਐਵੇਨਿਊ ਐਲਡਰ ਗਰੋਵ ਦੇ ਵਿੱਚ ਇਹ ਗੱਡੀ ਮਿਲੀ ਹੈ, ਜਿਸ ਦੀ ਵਰਤੋਂ ਗੋਲੀਆਂ ਚਲਾਉਣ ਦੇ ਵਾਸਤੇ ਕੀਤੀ ਗਈ, ਜਿਸ ਨੂੰ ਕਿ ਗਿਲਫਰਡ ਤੋਂ ਮਈ 22 ਨੂੰ ਚੋਰੀ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਬਾਰੇ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਗਲੀ ਖਬਰ ਹੈ ਕਿ ਵੈਨਕੂਵਰ ਦੇ ਵਿੱਚ ਜੋ ਚਾਕੂ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਦੇ ਵਿੱਚ ਸੋਮਵਾਰ ਨੂੰ ਸਵੇਰੇ ਉਸ ਵਿਅਕਤੀ ਨੇ ਦਮ ਤੋੜ ਦਿੱਤਾ, ਜਿਸ ਦੇ ਬਾਰੇ ਮੰਗਲਵਾਰ ਨੂੰ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਮਾਮਲੇ 'ਚ ਰਾਜੇਸ਼ ਨਾਰਾਇਣ ਨਾਮਕ ਵਿਅਕਤੀ ਦੇ ਉੱਤੇ ਕਤਲ ਦਾ ਮਾਮਲਾ ਦਰਜ ਹੋ ਗਿਆ ਹੈ। ਵੈਨਕੂਵਰ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ ਜੋ 59 ਸਾਲ ਦੇ ਵਿਅਕਤੀ ਦੇ ਚਾਕੂ ਮਾਰੇ ਗਏ ਸਨ, ਸੋਮਵਾਰ ਨੂੰ ਉਸ ਦੀ ਮੌਤ ਹੋ ਗਈ ਹੈ। ਵੈਨਕੂਵਰ ਵਿੱਚ ਸਾਲ 2021 ਦੇ ਦੌਰਾਨ ਇਹ ਸ਼ਹਿਰ ਦੇ ਵਿੱਚ 7ਵਾਂ ਕਤਲ ਹੋਇਆ ਹੈ। ਸ਼ਨੀਵਾਰ ਨੂੰ ਮਈ 22 ਦੇ ਦਿਨ ਸਵੇਰੇ 2:30 ਵਜੇ ਦੇ ਕਰੀਬ ਦਾ ਸਮਾਂ ਸੀ, ਜਦੋਂ ਪੁਲਿਸ ਅਧਿਕਾਰੀਆਂ ਨੂੰ ਜॉय ਸਟਰੀਟ ਤੇ ਵੈਨਿਸ ਐਵੇਨਿਊ ਦੇ ਨੇੜੇ ਬੁਲਾਇਆ ਗਿਆ, ਜਿੱਥੇ ਕਿ ਇੱਕ ਜ਼ਖਮੀ ਵਿਅਕਤੀ ਮੌਜੂਦ ਸੀ। ਜਦੋਂ ਪੁਲਿਸ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਤਾਂ ਉੱਥੇ ਜਾ ਕੇ ਉਸਨੇ ਦਮ ਤੋੜ ਦਿੱਤਾ। ਸੋਮਵਾਰ ਨੂੰ ਸ਼ਨੀਵਾਰ ਨੂੰ ਪੁਲਿਸ ਅਧਿਕਾਰੀਆਂ ਨੇ ਇਸ ਮੌਕੇ ਚਾਕੂ ਮਾਰਨ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੀ ਪਛਾਣ 38 ਸਾਲਾ ਰਾਜੇਸ਼ ਨਾਰਾਇਣ ਦੇ ਵਜੋਂ ਦੱਸੀ ਗਈ ਹੈ, ਜਿਸ ਦੇ ਉੱਤੇ 2nd ਡਿਗਰੀ ਮਰਡਰ ਦਾ ਮਾਮਲਾ ਦਰਜ ਹੋ ਗਿਆ ਹੈ। ਇਸ ਦੌਰਾਨ ਪੁਲਿਸ ਦਾ ਮੰਨਣਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ, ਰਾਜੇਸ਼ ਨਾਰਾਇਣ ਪਹਿਲਾਂ ਵੀ ਉਸ ਨੂੰ ਜਾਣਦਾ ਸੀ ਤੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੀ ਜੋ ਹੋਮਿਸਾਈਡ ਯੂਨਿਟ ਹੈ, ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਕਿਹਾ ਕਿ ਇਸ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ 604 717 2500 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਗਲੀ ਖਬਰ ਹੈ ਸਥਾਨਿਕ ਤੋਂ, ਜਿੱਥੇ ਕਿ ਪੁਲਿਸ ਅਧਿਕਾਰੀਆਂ ਨੇ ਇੱਕ ਮਾਮਲੇ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ। ਦਰਅਸਲ ਉਹਨਾਂ ਨੇ ਇੱਕ ਔਰਤ ਦੀ ਤਸਵੀਰ ਸਾਂਝੀ ਕੀਤੀ, ਜਿਸ ਦੇ ਬਾਰੇ ਜਾਣਕਾਰੀ ਦੱਸਦੇ ਹੋਏ ਉਹਨਾਂ ਨੇ ਅੱਗੇ ਜੋ ਕਿਹਾ ਉਸ ਦੇ ਬਾਰੇ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ। ਸਥਾਨਿਕ ਪੁਲਿਸ ਨੇ ਇੱਕ ਔਰਤ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ, ਜਿਸ ਦੇ ਉੱਤੇ ਵੀ ਇਲਜ਼ਾਮ ਨੇ ਕਿ ਉਸਨੇ ਸਕੂਲ ਦੇ ਸਟਾਫ ਮੈਂਬਰਸ ਦੇ ਮੂੰਹ ਦੇ ਉੱਤੇ ਥੁੱਕਿਆ। ਨਾਲ ਹੀ ਉਸ ਦੇ ਵੱਲੋਂ ਬੱਚਿਆਂ ਨੂੰ ਦੱਸਿਆ ਜਾ ਰਿਹਾ ਸੀ ਕਿ COVID-19 ਹੈ ਜੋ ਇਹ ਜਾਲੀ ਹੈ, ਇਸ ਦੇ ਵਾਸਤੇ ਮਾਸਕ ਪਾਉਣ ਦੀ ਵੀ ਲੋੜ ਨਹੀਂ ਹੈ। ਮਈ 14 ਨੂੰ ਇਸ ਔਰਤ ਨੇ ਜਦੋਂ ਮਾਸਕ ਵੀ ਨਹੀਂ ਸੀ ਪਾਇਆ ਹੋਇਆ ਤਾਂ ਉਹ ਸਕੂਲ ਦੇ ਗਰਾਊਂਡ ਦੇ ਵਿੱਚ ਆ ਗਈ, ਜਿੱਥੇ ਕਿ ਉਹ ਬੱਚਿਆਂ ਨੂੰ ਸਿਖਾ ਰਹੀ ਸੀ ਕਿ COVID-19 ਕੁਝ ਵੀ ਨਹੀਂ ਹੈ, ਇਹ ਜਾਲੀ ਹੈ ਤੇ ਇਸ ਨਾਲ ਸੰਬੰਧਿਤ ਹਦਾਇਤਾਂ ਮੰਨਣ ਦੀ ਵੀ ਲੋੜ ਨਹੀਂ ਹੈ। ਜਦੋਂ ਸਕੂਲ ਦੇ ਇੱਕ ਸਟਾਫ ਮੈਂਬਰ ਦੇ ਵੱਲੋਂ ਉਸ ਨੂੰ ਉੱਥੇ ਤੋਂ ਜਾਣ ਦੇ ਲਈ ਕਿਹਾ ਗਿਆ ਤਾਂ ਉਸ ਤੋਂ ਬਾਅਦ ਉਸ ਔਰਤ ਦੇ ਵੱਲੋਂ ਗੁੱਸਾ ਵੀ ਦਿਖਾਇਆ ਗਿਆ ਤੇ ਉਸਨੇ ਉਸ ਸਟਾਫ ਮੈਂਬਰ ਦੇ ਮੂੰਹ ਦੇ ਉੱਤੇ ਥੁੱਕ ਦਿੱਤਾ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਇਸ ਦੀ ਤਸਵੀਰ ਸਾਂਝੀ ਕਰਦੇ ਹੋਏ ਜਾਣਕਾਰੀ ਦੇ ਵਾਸਤੇ ਸਹਿਯੋਗ ਮੰਗਿਆ। ਸਾਨਿਚ ਪੁਲਿਸ ਦਾ ਕਹਿਣਾ ਹੈ ਕਿ 250475 4321 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਜੇਕਰ ਇਸ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ। ਅੱਗੇ ਖਬਰ ਹੈ ਕਿ ਵੈਨਕੂਵਰ ਦੇ ਵਿੱਚ ਪਾਰਟੀ ਕਰ ਰਹੇ ਸਨ ਕਾਫੀ ਗਿਣਤੀ 'ਚ ਵਿਅਕਤੀ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਉਹਨਾਂ ਨੇ ਦਰਵਾਜ਼ਾ ਖੋਲ੍ਹਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਸਰਚ ਵਾਰੰਟ ਲੈ ਕੇ ਆਏ। ਐਤਵਾਰ ਦੀ ਸਵੇਰ ਦਾ ਇਹ ਮਾਮਲਾ ਜਦੋਂ ਪੁਲਿਸ ਅਧਿਕਾਰੀਆਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਜਦੋਂ ਸਰਚ ਵਾਰੰਟ ਲੈ ਕੇ ਆਏ ਤਾਂ ਅੰਦਰ ਉਹਨਾਂ ਨੇ ਦੇਖਿਆ 16 ਦੇ ਕਰੀਬ ਵਿਅਕਤੀ ਪਾਰਟੀ ਕਰ ਰਹੇ ਸਨ, ਜਿਸ ਦੇ ਵਿੱਚ ਜਿਸ ਵਿਅਕਤੀ ਦੇ ਵੱਲੋਂ ਉਹ ਪਾਰਟੀ ਕਰਵਾਈ ਜਾ ਰਹੀ ਸੀ ਉਸ ਨੂੰ $2300 ਦੀ ਟਿਕਟ ਦਿੱਤੀ ਗਈ ਹੈ ਤੇ ਨਾਲ ਹੀ ਜਿੰਨੇ ਵੀ ਵਿਅਕਤੀ ਉਸ ਪਾਰਟੀ ਵਿੱਚ ਮੌਜੂਦ ਸਨ ਹਰ ਇੱਕ ਨੂੰ $575 ਦੀ ਟਿਕਟ ਦਿੱਤੀ ਗਈ ਹੈ, ਜਿਸ ਦੇ ਵਿੱਚ ਇਹ ਫਾਈਨ ਭਰਨ ਦੇ ਵਾਸਤੇ ਉਹਨਾਂ ਨੂੰ ਕਿਹਾ ਜਾਵੇਗਾ। ਇਸ ਮੌਕੇ ਜੋ ਇਹ ਸਿਹਤ ਹਦਾਇਤਾਂ ਦੀ ਉਲੰਘਣਾ ਕੀਤੇ ਜਾਣ ਦੇ ਉੱਤੇ ਟਿਕਟਾਂ ਵੀ ਦਿੱਤੀਆਂ ਗਈਆਂ ਨੇ ਤਾਂ ਵੈਨਕੂਵਰ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਦੇ ਵੱਲੋਂ ਵੀ ਸਿਹਤ ਹਦਾਇਤਾਂ ਦੀ ਉਲੰਘਣਾ ਨਾ ਕੀਤੀ ਜਾਵੇ ਤੇ ਇਸ ਨੂੰ ਲੈ ਕੇ ਉਹਨਾਂ ਨੂੰ ਸਖਤ ਕਦਮਾਂ ਦਾ ਅੱਗੇ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਮਈ 23 ਨੂੰ ਸਵੇਰੇ 1 ਵਜੇ ਦਾ ਸਮਾਂ ਸੀ ਜਦੋਂ 1200 ਵੈਸਟ ਜਾਰਜੀਆ ਸਟਰੀਟ ਦੇ ਕੋਲ ਇੱਕ ਸੂਟ ਦੇ ਵਿੱਚ ਇਹ ਪਾਰਟੀ ਚੱਲ ਰਹੀ ਸੀ। ਇਸ ਤਰ੍ਹਾਂ ਲਈ ਅਗਲੀ ਖਬਰ ਹੈ ਕਿ ਮੈਨੀਟੋਬਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ PNP ਦਾ ਡਰਾਅ ਕੱਢਿਆ ਹੈ, ਜਿਸ ਦੇ ਵਿੱਚ ਕਾਫੀ ਗਿਣਤੀ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਨੇ। ਮੈਨੀਟੋਬਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਡਰਾਅ ਕੱਢਿਆ ਹੈ। 25 ਮਈ ਨੂੰ ਕੱਢੇ ਗਏ ਇਸ ਡਰਾਅ ਦੇ ਵਿੱਚ 232 ਕੈਂਡੀਡੇਟਸ ਨੂੰ PR ਦੇ ਵਾਸਤੇ ਇਨਵੀਟੇਸ਼ਨ ਗਏ ਨੇ, ਜੋ ਕਿ MPNP ਦੇ ਤਹਿਤ ਹੀ ਡਰਾਅ ਕੱਢਿਆ ਗਿਆ ਹੈ, ਜਿਸ ਦੇ ਵਿੱਚ
ਅੱਗੇ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਉਹ ਕੈਨੇਡਾ ਦੀ PR ਦੇ ਵਾਸਤੇ ਵੀ ਅਪਲਾਈ ਕਰ ਸਕਣਗੇ ਕੈਂਡੀਡੇਟ ਜਿਨ੍ਹਾਂ ਨੂੰ ਇਹ ਇਨਵੀਟੇਸ਼ਨ ਗਏ ਨੇ। ਇਸ ਦੌਰਾਨ ਸਕਿਲਡ ਵਰਕਰਸ ਇਨ ਮੈਨੀਟੋਬਾ, ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ, ਸਕਿਲਡ ਵਰਕਰਸ ਓਵਰਸੀਜ਼, ਯਾਨੀ ਕਿ ਮੈਨੀਟੋਬਾ ਦੇ ਵਿੱਚ ਕੰਮ ਕਰਨ ਦਾ ਜਿਨ੍ਹਾਂ ਕੋਲ ਅਨੁਭਵ ਹੈ ਉਹਨਾਂ ਨੂੰ ਤਾਂ ਇਹ ਇਨਵੀਟੇਸ਼ਨ ਗਏ ਹੀ ਨੇ, ਸਗੋਂ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਗਏ ਨੇ ਤੇ ਨਾਲ ਹੀ ਜਿਨ੍ਹਾਂ ਨੂੰ ਕੈਨੇਡਾ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਕੰਮ ਕਰਨ ਦਾ ਅਨੁਭਵ ਹੈ ਉਹਨਾਂ ਨੂੰ ਵੀ ਇਨਵੀਟੇਸ਼ਨ ਭੇਜੇ ਗਏ ਨੇ PR ਦੇ ਵਾਸਤੇ। ਇਸ ਮੌਕੇ ਜੋ ਘੱਟੋ ਘੱਟ ਸਕੋਰ ਗਿਆ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਜਿਹੜੇ ਮੈਨੀਟੋਬਾ ਦੇ ਵਿੱਚ ਪਹਿਲਾਂ ਤੋਂ ਪ੍ਰਵਾਸੀ ਮੌਜੂਦ ਨੇ ਜਿਨ੍ਹਾਂ ਨੂੰ ਉੱਥੇ ਕੰਮ ਕਰਨ ਦਾ ਅਨੁਭਵ ਹੈ, ਸਕਿਲਡ ਵਰਕਰਸ ਇਨ ਮੈਨੀਟੋਬਾ, ਉਸ ਦੇ ਵਿੱਚ 166 ਇਨਵੀਟੇਸ਼ਨ ਗਏ ਨੇ, ਜਿਸ ਦੇ ਵਿੱਚ ਘੱਟੋ ਘੱਟ EOI ਸਕੋਰ ਹੈ ਜੋ 415 ਤੱਕ ਗਿਆ ਹੈ। ਤੇ ਸਕਿਲਡ ਵਰਕਰਸ ਓਵਰਸੀਜ਼ ਨੇ ਜਿਹੜੇ, ਯਾਨੀ ਕਿ ਕੈਨੇਡਾ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਕੰਮ ਕਰਨ ਦਾ ਜਿਨ੍ਹਾਂ ਦੇ ਕੋਲ ਅਨੁਭਵ ਹੈ ਤੇ ਉਹ ਯੋਗਤਾ ਨੂੰ ਪੂਰੀ ਕਰਦੇ ਸੀ। ਉਸ ਤੋਂ ਬਾਅਦ ਉਹਨਾਂ ਦੇ ਲਈ 46 ਇਨਵੀਟੇਸ਼ਨ ਗਏ ਨੇ, ਜਿਸ ਦੇ ਵਿੱਚ EOI ਸਕੋਰ ਹੈ ਜੋ ਘੱਟੋ ਘੱਟ 703 ਤੱਕ ਗਿਆ ਹੈ। ਤਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ 20 ਨੂੰ ਇਨਵੀਟੇਸ਼ਨ ਗਏ ਨੇ ਇਸ ਦੇ ਵਾਸਤੇ। ਸਾਲ 2021 ਵਿੱਚ ਹੁਣ ਤੱਕ PNP ਦੇ ਤਹਿਤ ਮੈਨੀਟੋਬਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 3018 ਇਨਵੀਟੇਸ਼ਨ ਭੇਜੇ ਜਾ ਚੁੱਕੇ ਨੇ। ਜਿਨ੍ਹਾਂ ਨੂੰ ਇਨਵੀਟੇਸ਼ਨ ਜਾਂਦੇ ਨੇ ਉਸ ਤੋਂ ਬਾਅਦ ਉਹ ਆਪਣੀ ਫਾਈਲ ਜਮ੍ਹਾਂ ਕਰਵਾਉਂਦੇ ਨੇ ਤੇ PNP ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜਦੋਂ PNP ਨੂੰ ਅਪਰੂਵਲ ਮਿਲ ਜਾਂਦਾ ਹੈ ਤਾਂ ਫਿਰ ਉਹਨਾਂ ਨੂੰ 600 ਪੁਆਇੰਟ ਮਿਲ ਜਾਂਦੇ ਨੇ ਤੇ ਫਿਰ ਉਹ ਯੋਗਤਾ ਰੱਖਦੇ ਨੇ ਕਿ ਕੈਨੇਡਾ ਦੀ PR ਦੇ ਵਾਸਤੇ ਅਪਲਾਈ ਕਰ ਸਕਦੇ ਨੇ। ਹੁਣ ਤੁਹਾਨੂੰ ਦੱਸਾਂਗੇ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅੱਜ ਜੋ ਐਲਾਨ ਕੀਤਾ ਹੈ, ਜਿਸ ਦੇ ਵਿੱਚ ਵੱਖੋ ਵੱਖਰੇ 4 ਪੜਾਅ ਦੱਸੇ ਗਏ ਨੇ। ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਤੋਂ ਹੀ ਹੋ ਗਈ ਹੈ ਕਿ ਕਿਵੇਂ ਸੂਬੇ ਦੇ ਵਿੱਚ ਸਿਹਤ ਹਦਾਇਤਾਂ ਦੇ ਵਾਸਤੇ ਜੋ ਹਟਾਈਆਂ ਜਾਣਗੀਆਂ, ਇਹ ਜਾਣਕਾਰੀ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਵੱਖੋ ਵੱਖਰੇ ਪੜਾਅ ਕੀ ਹੋਣਗੇ ਜਿਨ੍ਹਾਂ ਦੇ ਤਹਿਤ ਸੂਬੇ ਦੇ ਵਿੱਚ ਹਦਾਇਤਾਂ ਹਟਾਈਆਂ ਜਾਣਗੀਆਂ। ਸਭ ਤੋਂ ਪਹਿਲਾ ਕਦਮ ਅੱਜ ਯਾਨੀ ਕਿ 25 ਮਈ ਤੋਂ ਹੀ ਸ਼ੁਰੂ ਹੋ ਰਿਹਾ ਹੈ, ਜਿਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕਿਹਾ ਕਿ 60% ਤੱਕ ਜਿਹੜੇ ਕਿ ਐਡਲਟ ਪੋਪੂਲੇਸ਼ਨ ਹੈ ਉਸ ਦੇ ਵਿੱਚ ਡੋਜ਼ 1 ਤੱਕ ਕੋਵਿਡ-19 ਦੇ ਟੀਕੇ ਦੀ ਲੱਗ ਚੁੱਕੀ ਹੋਵੇ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਹੇਠਾਂ ਆਈ ਹੈ ਤੇ ਨਾਲ ਹੀ ਹਸਪਤਾਲ ਦੇ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵੀ, ਜਿਸ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ 5 ਜਣੇ ਇੱਕ ਘਰ ਦੇ ਵਿੱਚ ਇਕੱਠੇ ਹੋ ਸਕਣਗੇ, ਇਸ ਦੀ ਇਜਾਜ਼ਤ ਹੋਵੇਗੀ। ਤੇ ਉਸ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ 10 ਤੱਕ ਦੀ ਗਿਣਤੀ ਬਾਹਰ ਕੋਈ ਵੀ ਇਕੱਠ ਕੀਤਾ ਜਾਣਾ ਉੱਥੇ ਇਕੱਠੇ ਹੋ ਸਕਣਗੇ। ਇਸ ਦੇ ਨਾਲ ਹੀ ਜੇਕਰ ਕਿਸੇ ਨੇ ਕਿਸੇ ਥਾਂ ਦੇ ਉੱਤੇ ਅੰਦਰ ਵਧੀਆ ਤਰੀਕੇ ਦੇ ਨਾਲ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ਤਾਂ 10 ਤੱਕ ਵਿਅਕਤੀ ਇਕੱਠੇ ਹੋ ਸਕਦੇ ਨੇ। ਇਸ ਦੇ ਨਾਲ ਹੀ ਬਾਹਰ ਵੀ ਕੁਝ ਇਸੇ ਤਰ੍ਹਾਂ ਹੈ ਕਿ 50 ਤੱਕ ਵਿਅਕਤੀ ਉਸ ਸਮੇਂ ਇਕੱਠੇ ਹੋ ਸਕਦੇ ਨੇ ਜਦੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਦਮ ਚੁੱਕੇ ਗਏ ਹੋਣ। ਇਸ ਦੇ ਨਾਲ ਹੀ ਟਰੈਵਲ ਨੂੰ ਲੈ ਕੇ ਜੋ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਜਾਣ ਦੇ ਉੱਤੇ ਰੋਕ ਲਗਾਈ ਹੋਈ ਹੈ, ਫਿਲਹਾਲ ਉਹ ਲਾਗੂ ਰਹੇਗੀ। ਇਨਡੋਰ ਤੇ ਆਊਟਡੋਰ ਡਾਈਨਿੰਗ ਹੈ ਜੋ ਉਹ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਤੋਂ 6 ਤੱਕ ਵਿਅਕਤੀ ਸਿਹਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਕੱਠੇ ਹੋ ਸਕਦੇ ਨੇ। ਇਸ ਦੇ ਨਾਲ ਹੀ ਬਾਹਰ ਖੇਡੀਆਂ ਜਾਣ ਵਾਲੀਆਂ ਖੇਡਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਉੱਥੇ ਵੀ ਸੁਰੱਖਿਆ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਕੰਮ ਵਾਲੀਆਂ ਥਾਵਾਂ ਦੇ ਉੱਤੇ ਵੀ ਵਾਪਸ ਆਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਮਾਸਕ ਨੂੰ ਲੈ ਕੇ ਵੀ ਤੇ ਹੋਰ ਜੋ ਹਦਾਇਤਾਂ ਨੇ ਸਿਹਤ ਸੰਬੰਧੀ ਉਹ ਉਸੇ ਤਰ੍ਹਾਂ ਨੇ। ਇਸ ਦੇ ਨਾਲ ਹੀ ਘੱਟ ਗਿਣਤੀ ਦੇ ਨਾਲ ਦੁਬਾਰਾ ਤੋਂ ਧਾਰਮਿਕ ਥਾਵਾਂ ਦੇ ਉੱਤੇ ਵੀ ਇਕੱਠ ਹੈ ਜੋ ਕੀਤਾ ਜਾ ਸਕਦਾ ਹੈ, ਪਰ ਉਹ ਸਿਹਤ ਅਧਿਕਾਰੀਆਂ ਦੇ ਵੱਲੋਂ ਜੋ ਉੱਥੇ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ। ਇਸ ਤੋਂ ਬਾਅਦ ਜੋ ਦੂਜਾ ਪੜਾਅ ਹੋਵੇਗਾ ਜਿਸ ਤਹਿਤ ਸੂਬੇ ਦੇ ਵਿੱਚ ਹਦਾਇਤਾਂ ਹਟਾਈਆਂ ਜਾਣਗੀਆਂ, ਉਹ ਜੂਨ 15 ਤੋਂ ਸ਼ੁਰੂ ਕੀਤੇ ਜਾਣ ਦੀ ਗੱਲ ਕਹੀ ਗਈ ਹੈ, ਜਦੋਂ ਤੱਕ ਬ੍ਰਿਟਿਸ਼ ਕੋਲੰਬੀਆ ਦੇ ਅੰਦਰ 65% ਤੱਕ ਵਿਅਕਤੀਆਂ ਦੇ ਜੋ ਟੀਕੇ ਦੀ ਪਹਿਲੀ ਡੋਜ਼ ਹੈ ਉਹ ਲੱਗ ਚੁੱਕੀ ਹੋਵੇਗੀ। ਇਹ ਟੀਚਾ ਰੱਖਿਆ ਗਿਆ ਹੈ। ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਜੇਕਰ ਹੇਠਾਂ ਆਵੇਗੀ ਤਾਂ ਜ਼ਿਆਦਾ ਤੋਂ ਜ਼ਿਆਦਾ 50 ਤੱਕ ਵਿਅਕਤੀ ਬਾਹਰ ਇਕੱਠ ਕਰ ਸਕਦੇ ਨੇ। ਇਸ ਦੇ ਨਾਲ ਹੀ ਜੇਕਰ ਕਿਸੇ ਹਾਲ ਦੇ ਵਿੱਚ ਅੰਦਰ ਵੀ 50 ਤੱਕ ਵਿਅਕਤੀਆਂ ਦੇ ਇਕੱਠ ਕੀਤੇ ਜਾਣ ਦੇ ਲਈ ਪੂਰਾ ਇੰਤਜ਼ਾਮ ਹੋਵੇ ਤਾਂ ਉਹ ਵੀ ਖੁੱਲ੍ਹ ਸਕਦੇ ਨੇ, ਜਿਵੇਂ ਕਿ ਬੈਂਕਟ ਹਾਲ, ਮੂਵੀ ਥੀਏਟਰ ਤੇ ਲਾਈਵ ਥੀਏਟਰ 15 ਜੂਨ ਤੋਂ ਹਟਾਈਆਂ ਜਾ ਰਹੀਆਂ ਹਦਾਇਤਾਂ ਦੇ ਵਿੱਚ ਸ਼ਾਮਲ ਨੇ। ਇਸ ਦੇ ਨਾਲ ਹੀ ਦੂਜੇ ਪੜਾਅ ਦੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟਰੈਵਲ ਨੂੰ ਲੈ ਕੇ ਜੋ ਰੋਕ ਹੈ ਉਹ ਵੀ ਹਟਾ ਦਿੱਤੀ ਜਾਵੇਗੀ। ਇਨਡੋਰ ਸਪੋਰਟਸ ਜੋ ਗੇਮਸ ਨੇ ਉਹ ਵੀ ਸ਼ੁਰੂ ਹੋ ਜਾਣਗੀਆਂ। ਜਿਹੜੇ ਫਿਟਨੈਸ ਦੇ ਨਾਲ ਸੈਂਟਰ ਨੇ ਸੰਬੰਧਿਤ ਸਿਹਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣਾ ਕੰਮ ਖੋਲ ਸਕਦੇ ਨੇ ਉਦੋਂ ਤੋਂ। ਜਿਹੜੀਆਂ ਬਾਹਰ ਖੇਡਾਂ ਹੁੰਦੀਆਂ ਨੇ ਉਸ ਦੇ ਵਿੱਚ 50 ਤੱਕ ਵਿਅਕਤੀ ਇਕੱਠੇ ਹੋ ਸਕਦੇ ਨੇ ਤੇ ਸੂਬੇ ਭਰ ਵਿੱਚ ਜਿਵੇਂ ਕਿ ਵੱਖੋ ਵੱਖਰੇ ਵਪਾਰਾਂ ਦੇ ਲਈ ਸਿਹਤ ਸੰਬੰਧੀ ਹਦਾਇਤਾਂ ਨੇ ਉਸੇ ਤਰ੍ਹਾਂ ਰਹਿਣਗੀਆਂ ਤੇ ਮਾਸਕ ਵੀ ਲਾਜ਼ਮੀ ਰਹੇਗਾ। ਤੇ ਉਸ ਤੋਂ ਬਾਅਦ ਜੋ ਤੀਜਾ ਪੜਾਅ ਹੈ ਉਹ ਜੁਲਾਈ 1 ਤੋਂ ਸ਼ੁਰੂ ਹੋਵੇਗਾ, ਜਿਸ ਦੌਰਾਨ ਟੀਚਾ ਰੱਖਿਆ ਗਿਆ ਕਿ 70% ਤੱਕ ਵਿਅਕਤੀਆਂ ਦੇ ਕੋਵਿਡ-19 ਦੇ ਟੀਕੇ ਦੀ ਪਹਿਲੀ ਡੋਜ਼ ਲੱਗ ਚੁੱਕੀ ਹੋਵੇ। ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਹੇਠਾਂ ਆ ਜਾਵੇ। ਸੂਬੇ ਦੇ ਵਿੱਚ ਸਟੇਟ ਆਫ ਐਮਰਜੈਂਸੀ ਹਟਾ ਦਿੱਤੀ ਜਾਵੇਗੀ ਉਸ ਸਮੇਂ
ਤੇ ਨਾਲ ਹੀ ਇਨਡੋਰ ਤੇ ਆਊਟਡੋਰ ਜੋ ਇਕੱਠ ਕੀਤੇ ਜਾਣੇ ਨੇ ਉਹ ਆਮ ਦੀ ਤਰ੍ਹਾਂ ਕੀਤੇ ਜਾ ਸਕਣਗੇ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਇਹ ਸੀਮਤ ਸੀਮਾएं ਗਿਣਤੀ ਦੀ ਇਕੱਠ ਕੀਤੇ ਜਾਣ ਦੇ ਉੱਤੇ ਉਹ ਵੀ ਹਟਾ ਦਿੱਤੀ ਜਾਵੇਗੀ। ਨਾਈਟ ਕਲੱਬ, ਕੈਸੀਨੋ ਇਹ ਦੁਬਾਰਾ ਤੋਂ ਖੁੱਲ੍ਹ ਸਕਦੇ ਨੇ, ਪਰ ਉੱਥੇ ਕੁਝ ਸੀਮਤ ਸੀਮਾ ਹੋਵੇਗੀ ਉਸ ਗਿਣਤੀ ਦੇ ਮੁਤਾਬਕ। ਇਸ ਦੇ ਨਾਲ ਹੀ ਕੰਮ ਵਾਲੀਆਂ ਥਾਵਾਂ ਦੇ ਉੱਤੇ ਨਵੀਆਂ ਸਿਹਤ ਸੰਬੰਧੀ ਜੋ ਹਦਾਇਤਾਂ ਲੱਗਣਗੀਆਂ ਉਹਨਾਂ ਦੀ ਪਾਲਣਾ ਕੀਤੀ ਜਾਣੀ ਲਾਜ਼ਮੀ ਹੋਵੇਗੀ। ਆਖਰੀ ਤੇ ਚੌਥਾ ਪੜਾਅ ਇਹ ਹੈ ਜੋ ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ। 7 ਸਤੰਬਰ ਤੋਂ ਇਸ ਬਾਰੇ ਤਰੀਕ ਅੰਦਾਜ਼ਨ ਦੱਸੀ ਗਈ ਹੈ। ਉਦੋਂ ਤੱਕ ਟੀਚਾ ਹੈ ਕਿ 70% ਵੱਧ ਵਿਅਕਤੀਆਂ ਦੇ ਕੋਵਿਡ-19 ਦੇ ਟੀਕੇ ਦੀ ਪਹਿਲੀ ਡੋਜ਼ ਲੱਗ ਜਾਵੇ। ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਕਾਫੀ ਹੇਠਾਂ ਆ ਜਾਵੇ। ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਆਮ ਵਰਗਾ ਮਾਹੌਲ ਹੋ ਜਾਵੇਗਾ। ਇਸ ਦੇ ਨਾਲ ਹੀ ਜਿਹੜੇ ਵੱਡੇ ਇਵੈਂਟ ਕਰਵਾਏ ਜਾਣੇ ਨੇ ਉੱਥੇ ਵੱਡੇ ਇਕੱਠ ਕੀਤੇ ਜਾ ਸਕਣਗੇ। ਇਨਡੋਰ ਤੇ ਆਊਟਡੋਰ ਖੇਡਾਂ ਦੇ ਵਾਸਤੇ ਕੋਈ ਵੀ ਸੀਮਤ ਸੀਮਾ ਨਹੀਂ ਹੋਵੇਗੀ। ਇਸ ਦੇ ਨਾਲ ਹੀ ਜਿੰਨੇ ਵੀ ਵਪਾਰ ਨੇ ਉਹਨਾਂ ਦੇ ਲਈ ਜਿਹੜੀਆਂ ਕਿ ਨਵੀਆਂ ਸਿਹਤ ਸੰਬੰਧੀ ਹਦਾਇਤਾਂ ਹੋਣਗੀਆਂ ਉਹਨਾਂ ਦੀ ਪਾਲਣਾ ਕਰਨ ਦੇ ਵਾਸਤੇ ਹਦਾਇਤਾਂ ਲਾਗੂ ਹੋਣਗੀਆਂ। ਇਸ ਨਾਲ ਹੀ ਅਗਲੀ ਖਬਰ ਹੈ ਪ੍ਰਿੰਸ ਜਾਰਜ ਤੋਂ। ਆਰਸੀਐਮਪੀ ਨੇ ਦੱਸਿਆ ਕਿ ਉੱਥੇ ਗੋਲੀਆਂ ਚੱਲੀਆਂ ਨੇ। ਪੂਰੇ ਇਸ ਮਾਮਲੇ ਦੇ ਬਾਰੇ ਜੋ ਜਾਣਕਾਰੀ ਉਹਨਾਂ ਨੇ ਦਿੱਤੀ ਉਹ ਤੁਹਾਨੂੰ ਦੱਸਾਂਗੇ। ਪ੍ਰਿੰਸ ਜਾਰਜ ਆਰਸੀਐਮਪੀ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ ਗੋਲੀਆਂ ਚੱਲੀਆਂ ਨੇ। ਅੱਜ ਸਵੇਰੇ ਯਾਨੀ ਕਿ 25 ਮਈ ਨੂੰ ਸਵੇਰੇ 3 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਕਿ 5300 ਬਲਾਕ ਤੇ ਕੂਕ ਕ੍ਰਿਸੈਂਟ ਦੇ ਨੇੜੇ ਗੋਲੀਆਂ ਚੱਲੀਆਂ ਨੇ। ਜਿਸ ਤੋਂ ਬਾਅਦ ਜਦੋਂ ਉੱਥੇ ਅਧਿਕਾਰੀ ਤੁਰੰਤ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਇੱਕ ਘਰ ਦੇ ਨੇੜੇ ਗੋਲੀਆਂ ਚੱਲਣ ਦੇ ਸਬੂਤ ਮਿਲੇ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਕਿ ਆਖਿਰ ਉੱਥੇ ਕਿਵੇਂ ਤੇ ਕੀ ਵਾਪਰਿਆ। ਜਿਸ ਦੇ ਬਾਰੇ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਗੋਲੀਆਂ ਚੱਲਦੀਆਂ ਸੁਣੀਆਂ ਹੋਣ ਜਾਂ ਫਿਰ ਕੁਝ ਦੇਖਿਆ ਹੋਵੇ ਤਾਂ ਇਸ ਘਟਨਾ ਦੇ ਬਾਰੇ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਡੈਸ਼ ਕੈਮ ਫੁਟੇਜ ਹੈ ਜੋ ਉਹ ਵੀ ਜੇਕਰ ਕਿਸੇ ਦੇ ਕੋਲ ਸਵੇਰੇ 3 ਵਜੇ ਤੋਂ 3:30 ਵਜੇ ਦੇ ਸਮੇਂ ਤੱਕ ਦੀ ਮੌਜੂਦ ਹੋਵੇ ਤਾਂ ਪੁਲਿਸ ਦੇ ਨਾਲ 2505613300 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹਜੇ ਤੱਕ ਆਰਸੀਐਮਪੀ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਕੋਲ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਇਸ ਮਾਮਲੇ ਨਾਲ ਸੰਬੰਧਿਤ। ਤੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਆਮ ਲੋਕਾਂ ਨੂੰ ਇਸ ਤੋਂ ਖਤਰਾ ਨਹੀਂ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਪ੍ਰਿੰਸ ਜਾਰਜ ਆਰਸੀਐਮਪੀ ਦੇ ਨਾਲ 2505613300 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਲਈ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।